ਤੁਸੀਂ ਸੁਣ ਰਹੇ ਹੋ ਕਿਤਾਬ ਸੱਚ ਦੀ ਭਾਲ ਵਿੱਚ, ਜਿਸ ਦੇ ਲੇਖਕ ਹਨ ਡਾਕਟਰ ਦਲਜੀਤ ਸਿੰਘ। 22ਵੇਂ ਭਾਗ ਵਿੱਚ ਸੁਣੋ ਦੋ ਸ਼ਹਿਰਾਂ ਦੀ ਅਚਰਜ ਕਥਾ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਝਦਾਰ ਜਹਾਨ ਜਾਣਦਾ ਹੈ ਕਿ ਦੁਨੀਆ ਦੇ ਕੁੱਲ ਬੈਂਕਰਾਂ ਦੇ ਅੰਤਰਰਾਸ਼ਟਰੀ ਬਾਪ ਹਨ ਰੌਥਚਾਈਲਡ। ਇਹ ਪਦਵੀ ਉਹਨਾਂ ਪ੍ਰਾਪਤ ਕੀਤੀ ਚੋਖੀਆਂ ਜੰਗਾਂ ਦੇ ਅੰਦਰ ਦੋਹਾਂ ਪਾਸਿਆਂ ਦੇ ਧੜਿਆਂ ਨੂੰ ਆਰਥਿਕ ਕਰਜ਼ੇ ਦੇ ਗਏ। ਸਾਡੇ ਕਹਾਵਤ ਹੈ ਕਿ ਜੰਗਾਂ ਪੇਟ ਦੇ ਸਹਾਰੇ ਲੜੀਆਂ ਜਾਂਦੀਆਂ ਹਨ। ਹਰ ਲੜਾਈ ਦੇ ਪੇਟ ਪਿੱਛੇ ਰੌਥਚਾਈਲਡ ਬੈਂਕਰ ਹਨ। ਈਸਟ ਇੰਡੀਆ ਕੰਪਨੀ ਵਿੱਚ ਵੀ ਇਹਨਾਂ ਦਾ ਪੈਸਾ ਲੱਗਾ ਹੋਇਆ ਸੀ। ਰੌਥਚਾਈਲਡਾਂ ਦਾ ਮਖਿਆਰ ਛੱਜਾ ਇੰਗਲੈਂਡ ਵਿੱਚ ਲੰਡਨ ਹੋਰਾਂ ਦੇਸ਼ਾਂ ਅੰਦਰ ਵੀ ਨੇ ਦੇ ਹਿਰਦੇ ਅੰਦਰ ਵਿੱਤੀ ਜ਼ਿਲ੍ਹੇ ਵਿੱਚ ਹੈ, ਜਿਸ ਦਾ ਨਾਮ ਹੈ ਦਾ ਸਿਟੀ ਜਾਂ ਵਰਗ ਮੀਲ। ਕੁੱਲ ਬਰਤਾਨਵੀ ਬੈਂਕਾਂ ਦੇ ਕੇਂਦਰੀ ਦਫ਼ਤਰ ਇੱਥੇ ਹਨ। 385 ਵਿਦੇਸ਼ੀ ਬੈਂਕਾਂ, 70 ਅਮਰੀਕਾ ਦੇ ਬ੍ਰਾਂਚ ਆਫਿਸ ਵੀ ਇੱਥੇ ਹਨ। ਇੱਥੇ ਹੀ ਮਿਲਣਗੇ ਬੈਂਕ ਆਫ ਇੰਗਲੈਂਡ, ਸਟਾਕ ਐਕਸਚੇਂਜ, ਜਹਾਜ਼ਰਾਨੀ ਦੇ ਠੇਕੇਦਾਰ, ਬਾਲਟਿਕ ਐਕਸਚੇਂਜ, ਛਾਪੇਖਾਨੇ ਦੇ ਮਾਲਕਾਂ ਦੀ ਫਲੀਟ ਸਟਰੀਟ, ਕੌਫੀ, ਰਬੜ, ਖੰਡ, ਉੱਨ ਆਦਿ ਲਈ ਕਾਮੋਡੋਟੀ ਐਕਸਚੇਂਜ ਅਤੇ ਧਾਤਾਂ ਲਈ ਮੈਟਲ ਐਕਸਚੇਂਜ। ਅਜ਼ਾਰ ਹੈ ਦੁਨੀਆ ਅੰਦਰ ਕੁੱਲ ਪੈਸੇ ਰਾਹੀਂ ਹੁੰਦੇ ਵਪਾਰ ਦਾ ਕੇਂਦਰ ਹੈ ਦਾ ਸਿਟੀ ਜਾਂ ਵਰਗ ਮੀਲ। ਦਾ ਸਿਟੀ ਥੇਮਸ ਦਰਿਆ ਦੇ ਉੱਤਰ ਵੱਲ 677 ਏਕੜ ਜਾਂ 1 ਵਰਗ ਮੀਲ ਘੇਰਦਾ ਹੈ ਅਤੇ ਇਹ ਥਾਂ ਦੁਨੀਆ ਦਾ ਸਭ ਤੋਂ ਵੱਧ ਮਾਲਦਾਰ ਮੀਲ ਹੈ। ਇਸ ਇਲਾਕੇ ਲਈ ਖਾਸ ਹੱਕ ਅਤੇ ਆਜ਼ਾਦੀ 1191 ਤੋਂ ਮਿਲੀ ਹੋਈ ਹੈ। 1215 ਵਿੱਚ ਬਾਦਸ਼ਾਹ ਜੌਹਨ ਨੇ ਇਹ ਵੀ ਆਗਿਆ ਦਿੱਤੀ ਕਿ ਉਹ ਆਪਣਾ ਵੱਖਰਾ ਮੇਅਰ ਚੁਣ ਲੈਣ। ਉਹ ਲਾਰਡ ਮੇਅਰ ਹੁਣ ਤੱਕ ਹਰ ਸਾਲ ਚੁਣਿਆ ਜਾਂਦਾ ਹੈ। ਦਾ ਸਿਟੀ ਨੂੰ ਛੋਟੇ ਵਿਸਥਾਰ ਨਾਲ ਇਸ ਲਈ ਦੱਸਿਆ ਗਿਆ ਹੈ ਕਿਉਂਕਿ ਇਹ ਸ਼ਹਿਰ ਦਰਅਸਲ ਇੱਕ ਆਜ਼ਾਦ ਹਸਤੀ ਦੇਸ਼ ਹੈ, ਐਨ ਉਸੇ ਤਰ੍ਹਾਂ ਜਿਵੇਂ ਇਟਲੀ ਅੰਦਰ ਵੈਟੀਕਨ। 1694 ਵਿੱਚ ਇੱਕ ਪ੍ਰਾਈਵੇਟ ਬੈਂਕ, ਜਿਸ ਦਾ ਨਾਮ ਹੈ ਬੈਂਕ ਆਫ ਇੰਗਲੈਂਡ, ਸਥਾਪਿਤ ਹੋਣ ਪਿੱਛੋਂ ਇੰਗਲੈਂਡ ਦੇ ਕੁੱਲ ਘਰੋਗੀ ਅਤੇ ਵਿਦੇਸ਼ੀ ਮਸਲਿਆਂ ਵਿੱਚ ਦਾ ਸਿਟੀ ਦਾ ਹੁਕਮ ਚੱਲਦਾ ਰਿਹਾ ਹੈ। ਦਾ ਸਿਟੀ ਦੀ ਛੁਪੀ ਹੋਈ ਬੇਅੰਤ ਸ਼ਕਤੀ ਦੇ ਹੱਥ ਠੋਕੇ ਹਨ ਪ੍ਰਧਾਨ ਮੰਤਰੀ, ਕੈਬਨਿਟ ਅਤੇ ਬਰਤਾਨਵੀ ਪਾਰਲੀਮੈਂਟ। ਤਣਾਵਾਂ ਦਾ ਸਿਟੀ ਦੇ ਹੱਥ ਵਿੱਚ ਹਨ। ਜਦੋਂ ਬਰਤਾਨਵੀ ਮਲਕਾ ਦਾ ਸਿਟੀ ਵਿੱਚੋਂ ਲੰਘਦੀ ਹੈ ਤਦੋਂ ਉਹ ਲਾਰਡ ਮੇਅਰ ਦੇ ਅਧੀਨ ਹੁੰਦੀ ਹੈ। ਉਹ ਕੇਵਲ ਸਧਾਰਨ ਪੁਸ਼ਾਕ ਪਾ ਕੇ ਆਉਂਦੀ ਹੈ। ਕਾਰਨ ਇਹ ਹੈ ਕਿ ਦਾ ਸਿਟੀ ਦੀ ਨਿੱਜੀ ਮਲਕੀਅਤ ਵਾਲੀ ਕਾਰਪੋਰੇਸ਼ਨ ਮਲਕਾ ਜਾਂ ਪਾਰਲੀਮੈਂਟ ਥੱਲੇ ਨਹੀਂ ਹੈ। ਲਾਰਡ ਮੇਅਰ ਦੀ ਇੱਕ 12-14 ਬੰਦਿਆਂ ਦੀ ਕਮੇਟੀ ਹੁੰਦੀ ਹੈ, ਜਿਸ ਦਾ ਨਾਮ ਹੈ ਦਾ ਕਰਾਊਨ, ਭਾਵ ਤਾਜ ਜਾਂ ਮੁਕਟ। ਦਾ ਕਰਾਊਨ ਦਾ ਅਰਥ ਰਾਜ ਘਰਾਣਾ ਨਹੀਂ ਹੈ, ਇਹ ਤਾਂ ਹੈ ਬਰਤਾਨਵੀ ਡੈਮੋਕ੍ਰੇਸੀ ਦੀ ਨੰਗੀ ਅਸਲੀਅਤ। ਜਦੋਂ ਇਰਾਕ ਉੱਤੇ ਹਮਲਾ ਕਰਨ ਲਈ ਪ੍ਰਧਾਨ ਮੰਤਰੀ ਬਲੇਅਰ ਬਹਾਨੇ ਘੜ ਰਿਹਾ ਹੁੰਦਾ ਹੈ ਤਾਂ ਉਹ ਬਰਤਾਨਵੀ ਨਾਗਰਿਕਾਂ ਦੀ ਤਰਜਮਾਨੀ ਨਹੀਂ ਬਲਕਿ ਦਾ ਸਿਟੀ ਦੇ ਹੁਕਮਾਂ ਦੀ ਪਾਲਣਾ ਕਰਦਾ ਹੈ। ਦਾ ਸਿਟੀ ਦੇ ਪਿੱਛੇ ਸਭ ਤੋਂ ਵੱਡੀ ਸ਼ਕਤੀ ਹੈ ਰੌਥਚਾਈਲਡ ਬੈਂਕਰ। ਉਹਨਾਂ ਦੇ ਹੀ ਦਬਾਅ ਅਤੇ ਉਤਸ਼ਾਹ ਨਾਲ ਯੂਰਪੀ ਦੇਸ਼ਾਂ ਨੂੰ ਇੱਕ ਲੜੀ ਵਿੱਚ ਪਰੋਤਾ ਗਿਆ ਹੈ। ਕੁੱਲ ਦੇਸ਼ਾਂ ਨੂੰ ਆਪੋ ਵਿੱਚ ਨੱਥੀ ਕਰਨ ਦੇ ਯਤਨ ਜਾਰੀ ਹਨ। ਉਹਨਾਂ ਦਾ ਟੀਚਾ ਹੈ ਇੱਕ ਭੂਗੋਲਿਕ ਸਰਕਾਰ ਜਿਸ ਦੀ ਵਾਗਡੋਰ ਬੈਂਕਰਾਂ ਦੇ ਹੱਥ ਵਿੱਚ ਹੋਵੇ। ਹੁਣ ਚੱਲੀਏ ਉਸ ਅਮਰੀਕਾ ਦੇਸ਼ ਜਿੱਥੇ ਪਹਿਲੀਆਂ 13 ਰਿਆਸਤਾਂ ਨੇ ਮਿਲ ਕੇ 4 ਜੁਲਾਈ 1776 ਨੂੰ ਅਮਰੀਕਾ ਦੀ ਆਜ਼ਾਦੀ ਦਾ ਐਲਾਨ ਕੀਤਾ ਸੀ। ਇਸ ਐਲਾਨ ਵਿੱਚ ਲੋਕਾਂ ਨੂੰ ਬੇਅੰਤ ਖੁੱਲ੍ਹਾਂ ਬਖਸ਼ ਕੇ ਇੱਥੋਂ ਤੱਕ ਕਿਹਾ ਗਿਆ, ਜਦੋਂ ਵੀ ਕੋਈ ਸਰਕਾਰ ਇਹਨਾਂ ਮੰਤਵਾਂ ਨੂੰ ਤਬਾਹ ਕਰਦੀ ਹੈ ਤਾਂ ਲੋਕਾਂ ਦਾ ਹੱਕ ਹੈ ਕਿ ਉਸ ਨੂੰ ਬਦਲ ਦੇਣ ਜਾਂ ਮਿਟਾ ਦੇਣ ਅਤੇ ਇੱਕ ਨਵੀਂ ਸਰਕਾਰ ਦੀ ਨੀਂਹ ਰੱਖਣ। ਹਰ ਸਾਲ ਇਸ ਦਿਨ ਨੂੰ ਬੇਅੰਤ ਖੁਸ਼ੀਆਂ ਨਾਲ, ਆਤਿਸ਼ਬਾਜ਼ੀਆਂ ਅਤੇ ਪਟਾਕਿਆਂ ਨਾਲ, ਜੋਸ਼ ਨਾਲ, ਵਧਾਈਆਂ ਹੀ ਵਧਾਈਆਂ ਨਾਲ ਮਨਾਇਆ ਜਾਂਦਾ ਹੈ। 1857 ਵਿੱਚ ਜਦੋਂ ਭਾਰਤ ਅੰਦਰ ਆਜ਼ਾਦੀ ਦੀ ਗੱਲ ਚੱਲ ਰਹੀ ਸੀ, ਉਸ ਸਮੇਂ ਰੌਥਚਾਈਲਡ ਪਰਿਵਾਰ ਅਮਰੀਕਾ ਨੂੰ ਹੜੱਪ ਕਰਨ ਦੀ ਯੋਜਨਾ ਬਣਾ ਰਿਹਾ ਸੀ। ਅਮਰੀਕਾ ਦੇ ਉੱਤਰੀ ਅਤੇ ਦੱਖਣੀ ਭਾਗਾਂ ਨੂੰ
ਕਾਲੇ ਬੰਦੀਆਂ ਨੂੰ ਮਸਲਾ ਬਣਾ ਕੇ ਦੁਸ਼ਮਣਾਂ ਵਾਂਗ ਪਾੜ ਦਿੱਤਾ ਗਿਆ। ਰੌਥਚਾਈਲਡ ਦੀ ਪੈਰਿਸ ਸ਼ਾਖਾ ਨੇ ਦੱਖਣ ਨੂੰ ਨਗਦੀ ਦੇਣੀ ਸੀ ਅਤੇ ਲੰਡਨ ਸ਼ਾਖਾ ਨੇ ਉੱਤਰ ਨੂੰ ਭਾਰੀ ਵਿਆਜ ਉੱਤੇ। ਯੂਰਪ ਅੰਦਰਲੀਆਂ ਜੰਗਾਂ ਵਿੱਚ ਵੀ ਰੌਥਚਾਈਲਡ ਦਾ ਪਾੜੋ ਅਤੇ ਲੜਾਓ ਢੰਗ ਬਖੂਬੀ ਚੱਲਦਾ ਰਿਹਾ। ਕੋਈ 1000 ਪ੍ਰਚਾਰਕ ਕੁੱਲ ਅਮਰੀਕਾ ਦੇਸ਼ ਅੰਦਰ ਭਾਵਨਾਵਾਂ ਭੜਕਾਉਣ ਲਈ ਛੱਡੇ ਗਏ। ਆਖਰ ਜੰਗ ਭੜਕ ਉੱਠੀ। ਇਸ ਘਰੋਗੀ ਜੰਗ ਵਿੱਚ 1861 ਤੋਂ 1865 6.25 ਲੱਖ ਫੌਜੀ ਮਰੇ ਅਤੇ ਪੌਣੇ 5 ਲੱਖ ਜ਼ਖਮੀ ਹੋਏ। ਅਮਰੀਕੀ ਪ੍ਰਧਾਨ ਇਬਰਾਹਮ ਲਿੰਕਨ ਮਾਰਚ 1861 ਤੋਂ ਅਪ੍ਰੈਲ 15 1865 ਦਾ ਮਤ ਸੀ ਕਿ ਦੇਸ਼ ਦੀ ਕਰੰਸੀ ਆਪਣੇ ਲੋਕਾਂ ਦੀਆਂ ਲੋੜਾਂ ਦੀ ਪੂਰਤੀ ਕਰਨ ਲਈ ਸਰਕਾਰ ਨੂੰ ਆਪ ਪੈਦਾ ਕਰਨੀ ਚਾਹੀਦੀ ਹੈ। ਇਸ ਗਰਜ ਲਈ ਉਸ ਨੇ ਨਿਰਵਿਆਜ 15 ਕਰੋੜ ਮੁੱਲ ਦੇ ਗ੍ਰੀਨ ਬੈਂਕ ਛਾਪੇ। ਅੰਤਰਰਾਸ਼ਟਰੀ ਬੈਂਕਰਾਂ ਦੀਆਂ ਨਜ਼ਰਾਂ ਵਿੱਚ ਇਹ ਇੱਕ ਜੁਰਮ ਸੀ। ਇਸੇ ਲਈ ਲਿੰਕਨ ਨੂੰ ਕਤਲ ਕਰਵਾ ਦਿੱਤਾ ਗਿਆ। ਬੈਂਕਾਂ ਦੇ ਕਰਜ਼ੇ ਕਿੰਨੇ ਲਾਉਣੇ ਹਨ? ਫਰਵਰੀ 21 1871 ਨੂੰ 41ਵੀਂ ਅਮਰੀਕੀ ਕਾਂਗਰਸ ਨੇ ਇੱਕ ਐਕਟ ਪਾਸ ਕੀਤਾ, ਕੋਲੰਬੀਆ ਜ਼ਿਲ੍ਹੇ ਲਈ ਇੱਕ ਸਰਕਾਰ ਦੇਣ ਦਾ ਐਲਾਨ। ਇਸ ਦਾ ਅਰਥ ਹੈ ਕਿ ਅਮਰੀਕਾ ਦੇ ਅੰਦਰ ਇੱਕ ਵੱਖਰੇ ਜ਼ਿਲ੍ਹੇ, ਕੋਲੰਬੀਆ ਅੰਦਰ ਇੱਕ ਵੱਖਰੀ ਸਰਕਾਰ। ਇਹ ਸਰਕਾਰ ਲਈ 10 ਮੀਲ ਲੰਮਾ ਅਤੇ 10 ਮੀਲ ਚੌੜਾ 100 ਵਰਗ ਮੀਲ ਦਾ ਇਲਾਕਾ ਚੁਣਿਆ ਗਿਆ। ਇਹ ਹੋਇਆ ਇਸ ਲਈ ਕਿਉਂਕਿ ਅਮਰੀਕਾ ਲੰਮੀ ਜੰਗ ਦੇ ਨਾਲ ਦਿਵਾਲੀਆ ਹੋ ਚੁੱਕਾ ਸੀ। ਬੈਂਕਰ ਜਦੋਂ ਕਰਜ਼ਾ ਦਿੰਦੇ ਨੇ ਤਾਂ ਉਹ ਕੋਈ ਰਹਿਮ ਨਹੀਂ ਕਰਦੇ। ਉਹ ਕੋਈ ਨਾ ਕੋਈ ਜਾਇਦਾਦ ਨੱਥੀ ਕਰਕੇ ਹੀ ਕਰਜ਼ਾ ਦਿੰਦੇ ਹਨ। ਅਮਰੀਕੀ ਨੇਤਾ ਉੱਲੂ ਬਣ ਗਏ ਅਤੇ ਬੈਂਕਰਾਂ ਨੇ ਆਪਣੇ ਪੈਰ ਜਮਾ ਲਏ। 1871 ਦਾ ਐਕਟ ਪਾਸ ਹੋ ਗਿਆ। ਇਸ ਐਕਟ ਅਨੁਸਾਰ ਇੱਕ ਕਾਰਪੋਰੇਸ਼ਨ, ਜੀ ਹਾਂ ਕਾਰਪੋਰੇਸ਼ਨ ਬਣਾਈ ਗਈ, ਜਿਸ ਦਾ ਨਾਮ ਹੈ ਦਾ ਯੂਨਾਈਟਿਡ ਸਟੇਟਸ। ਇਸ ਨੂੰ ਅੰਗਰੇਜ਼ੀ ਦੇ ਵੱਡੇ ਅੱਖਰਾਂ ਵਿੱਚ ਇੰਜ ਲਿਖਿਆ ਜਾਂਦਾ ਹੈ, ਦਾ ਯੂਨਾਈਟਿਡ ਸਟੇਟਸ। ਇਸ ਦਾ ਸੰਵਿਧਾਨ ਵੀ ਵੱਖਰਾ ਲਿਖਿਆ ਗਿਆ ਹੈ। ਅਸਲੀ ਪੁਰਾਣੇ ਸੰਵਿਧਾਨ ਅੰਦਰ ਜੋ ਹੱਕ ਗਰੰਟੀ ਕੀਤੇ ਹੋਏ ਹਨ ਉਹ ਹੁਣ ਆਗਿਆ ਹੇਠ ਆ ਗਏ। ਇੰਜ 1871 ਦੀ ਕਾਂਗਰਸ ਨੇ ਅਮਰੀਕਾ ਦੇਸ਼ ਦੇ ਨਾਲ ਧਰੋਹ ਕੀਤਾ। 1913 ਵਿੱਚ ਅਮਰੀਕੀ ਕਾਂਗਰਸ ਨੇ ਡਾਲਰਾਂ ਦੀ ਛਪਾਈ ਅਤੇ ਕੰਟਰੋਲ ਨਿੱਜੀ ਬੈਂਕਾਂ ਦੀ ਮਲਕੀਅਤ ਬਣਾ ਦਿੱਤਾ। ਇਹ ਸੀ ਇੱਕ ਹੋਰ ਮਹਾਂ ਧਰੋਹ। ਕੋਲੰਬੀਆ ਜ਼ਿਲ੍ਹੇ ਦੀ ਸਰਕਾਰ 1871 ਦੇ ਐਕਟ ਅਨੁਸਾਰ ਸਧਾਰਨ ਕਾਨੂੰਨਾਂ ਦੇ ਅੰਦਰ ਨਹੀਂ ਹੈ। ਉਹ ਇੱਕ ਕਾਰਪੋਰੇਸ਼ਨ ਹੈ ਜੋ ਅੰਤਰਰਾਸ਼ਟਰੀ ਪ੍ਰਾਈਵੇਟ ਕਾਨੂੰਨ ਦੇ ਨਾਲ ਚੱਲਦੀ ਹੈ। ਇਸ ਦੇ ਕਾਨੂੰਨ ਦਾ ਘੇਰਾ ਕੇਵਲ ਕੋਲੰਬੀਆ ਜ਼ਿਲ੍ਹੇ ਅੰਦਰ ਲਾਗੂ ਹੋਣਾ ਚਾਹੀਦਾ ਸੀ। ਕਾਰਪੋਰੇਸ਼ਨ ਦੇ ਖਜ਼ਾਨੇ ਅਤੇ ਇਨਸਾਫ ਤਾਂ ਕੇਵਲ ਦਾ ਯੂਨਾਈਟਿਡ ਸਟੇਟਸ ਵਾਸਤੇ ਸਨ। ਪਰ ਇਹ ਕਾਰਪੋਰੇਸ਼ਨ ਧੋਖੇ ਫਰੇਬ ਦੇ ਨਾਲ ਕੁੱਲ ਅਮਰੀਕਾ ਦੇ ਉੱਤੇ ਛਾ ਗਈ ਹੈ। ਲੋਕ ਜਿਸ ਨੂੰ ਅਮਰੀਕਾ ਦੀ ਆਪਣੀ ਸਰਕਾਰ ਸਮਝਦੇ ਹਨ, ਅਸਲ ਵਿੱਚ ਉਹ ਹੈ ਦਾ ਯੂਨਾਈਟਿਡ ਸਟੇਟਸ ਦਾ ਕਾਰਪੋਰੇਸ਼ਨ ਸਾਮਰਾਜ। ਕਾਂਗਰਸ ਦੇ ਮੈਂਬਰ ਲੋਕਾਂ ਲਈ ਨਹੀਂ ਬਲਕਿ ਕਾਰਪੋਰੇਸ਼ਨ ਦਾ ਪਾਣੀ ਭਰਦੇ ਹਨ। ਮੁੱਕਦੀ ਗੱਲ, ਦਾ ਯੂਨਾਈਟਿਡ ਸਟੇਟਸ ਅਮਰੀਕੀ ਬੈਂਕਰਾਂ ਦਾ ਕਾਰਪੋਰੇਟੀ ਹੱਥ ਠੋਕਾ ਹੈ। ਹਰ ਅਮਰੀਕਨ ਪ੍ਰਾਣੀ ਜੰਮਣ ਤੋਂ ਮਰਨ ਤੱਕ ਕਾਰਪੋਰੇਸ਼ਨ ਦੀ ਮਲਕੀਅਤ ਵਿੱਚ। ਲੋਕਾਂ ਦੀਆਂ ਕੁੱਲ ਜਾਇਦਾਦਾਂ ਬਲਕਿ ਉਹਨਾਂ ਦੇ ਬੱਚੇ ਵੀ ਕਾਰਪੋਰੇਸ਼ਨਾਂ ਦੀ ਮਾਲਕੀ ਹੇਠ ਹਨ। ਬੇਅੰਤ ਕਿਸਮਾਂ ਦੇ ਟੈਕਸ, ਲਾਇਸੈਂਸ ਅਤੇ ਜੁਰਮਾਨੇ ਲੋਕਾਂ ਦੀਆਂ ਜੇਬਾਂ ਚੋਂ ਨਿਕਲੇ ਕਾਰਪੋਰੇਸ਼ਨ ਦੀ ਜੇਬ ਵਿੱਚ ਜਾਂਦੇ ਹਨ। ਅਮਰੀਕਨ ਲੋਕਾਂ ਨੂੰ ਕੁਝ ਨਾ ਕੁਝ ਖੜਕਦਾ ਜ਼ਰੂਰ ਹੈ, ਪਰ ਉਹ ਖੁੱਲ੍ਹ ਕੇ ਕਹਿਣ ਜੋਗੇ ਨਹੀਂ ਕਿ ਉਹ ਆਜ਼ਾਦ ਨਹੀਂ। ਕਾਰਪੋਰੇਟੀ ਦਾ ਯੂਨਾਈਟਿਡ ਸਟੇਟਸ ਆਫ ਅਮਰੀਕਾ ਨੂੰ ਦੋਹੀਂ ਹੱਥੀਂ ਲੁੱਟਦਾ ਹੈ ਅਤੇ ਅੰਤਰਰਾਸ਼ਟਰੀ ਝਗੜਿਆਂ ਅਤੇ ਜੰਗਾਂ ਵਿੱਚ ਰੁਝਾਈ ਫਿਰਦਾ ਹੈ। ਇਸ ਕਾਰਪੋਰੇਸ਼ਨ ਦੀ ਮਲਕੀਅਤ ਦਾ ਸਿਟੀ ਇੰਗਲੈਂਡ ਦੇ ਯਹੂਦੀ ਬੈਂਕਰਾਂ ਦੇ ਹੱਥ ਵਿੱਚ ਹੈ। ਬੈਂਕਰਾਂ ਦੇ ਮੋਢੀ ਰੌਥਚਾਈਲਡ ਦੀਆਂ ਵਿਸ਼ਵ ਪ੍ਰਾਪਤੀਆਂ ਬਾਰੇ ਕਈ ਲਿਖਣ ਵਾਲਿਆਂ ਦਾ ਕਹਿਣਾ ਹੈ ਕਿ ਕੇਵਲ 5 ਦੇਸ਼ਾਂ ਨੂੰ ਛੱਡ ਕੇ ਕੁੱਲ ਦੁਨੀਆ ਦੇ ਕੇਂਦਰੀ ਬੈਂਕ ਰੌਥਚਾਈਲਡ ਦੀ ਮਲਕੀਅਤ ਹਨ। ਕੁੱਲ ਦੁਨੀਆ ਦੇ ਅੰਦਰ ਭਾਰਤ ਵੀ ਆਉਂਦਾ ਹੈ। ਯਕੀਨ ਨਹੀਂ ਆਉਂਦਾ, ਆਗਿਆਕਾਰੀਆਂ ਦੀ ਸੂਚੀ ਅੰਦਰ ਰੂਸ ਅਤੇ ਚੀਨ ਜਿਹੇ ਅਮਰੀਕੀ ਵਿਰੋਧੀ ਦੇਸ਼ ਵੀ ਹਨ।
ਇਹ ਤਾਂ ਅਸੰਭਵ ਹੈ ਕਿ ਉਹਨਾਂ ਨੂੰ ਦਾ ਯੂਨਾਈਟਿਡ ਸਟੇਟਸ ਦੀ ਸ਼ੈਤਾਨ ਹਸਤੀ ਦਾ ਪਤਾ ਹੀ ਨਾ ਹੋਵੇ। ਆਕੀ ਦੇਸ਼ਾਂ ਦੀ ਸੂਚੀ ਵਿੱਚ ਕੇਵਲ ਇਹ 5 ਦੇਸ਼ ਹਨ: ਈਰਾਨ, ਉੱਤਰੀ ਕੋਰੀਆ, ਸੁਡਾਨ, ਲੀਬੀਆ ਅਤੇ ਕਿਊਬਾ। ਪਹਿਲਾਂ ਇਰਾਕ ਵੀ ਇਸ ਸੂਚੀ ਵਿੱਚ ਸੀ, ਹੁਣ ਉਹ ਸੁਧਰ ਗਿਆ ਹੈ। ਬੈਂਕਰਾਂ ਦੀ ਵਿਸ਼ਵ ਸ਼ਤਰੰਜ ਅੰਦਰ ਇੱਕੋ ਇੱਕ ਲੱਠਬਾਜ਼ ਮੋਹਰਾ ਅਮਰੀਕਾ ਉਹਨਾਂ ਦੇ ਟੀਚੇ ਇੱਕ ਵਿਸ਼ਵ ਸਾਮਰਾਜ ਦੀ ਪੂਰਤੀ ਲਈ ਆਰੇ ਲੱਗਾ ਹੋਇਆ ਹੈ। ਮੁੱਠੀ ਭਰ ਬੈਂਕਰਾਂ ਦੀਆਂ 250 ਸਾਲਾਂ ਦੀਆਂ ਕੁਟਲ ਨੀਤੀਆਂ ਰਾਹੀਂ ਕੀਤੀਆਂ ਪ੍ਰਾਪਤੀਆਂ ਹੈਰਾਨੀ ਵਿੱਚ ਡੋਬ ਦਿੰਦੀਆਂ ਹਨ। ਉਹ ਆਪ ਅੱਗੇ ਕਦੇ ਨਹੀਂ ਆਉਂਦੇ ਕਿ ਸਾਡੇ ਦੇਸ਼ ਅੰਦਰ ਵੀ ਕੋਈ ਦਾ ਸਿਟੀ ਛੁਪਿਆ ਹੋਇਆ ਹੈ ਜੋ ਦੇਸ਼ ਦੀਆਂ ਮਹਾਨ ਪ੍ਰਾਪਤੀਆਂ ਦਾ ਫਲ ਕੁੱਲ ਲੋਕਾਂ ਤੱਕ ਨਹੀਂ ਪਹੁੰਚਣ ਦਿੰਦਾ। ਦੇਸ਼ ਦੇ ਸਿਆਸੀ ਸੇਵਾਦਾਰ ਇੱਕ ਇਲੈਕਸ਼ਨ ਸਮੇਂ ਬੇਅੰਤ ਕਰੋੜ ਕਿਵੇਂ ਖਰਚ ਕਰ ਲੈਂਦੇ ਹਨ। ਪੰਜਾਬ ਅੰਦਰ ਇੰਨਾ ਖਰਚ ਨਹੀਂ ਹੁੰਦਾ ਜਿੰਨਾ ਦੱਖਣੀ ਭਾਰਤ ਵਿੱਚ ਹੁੰਦਾ ਹੈ। ਕਿਤਾਬ ਸੱਚ ਦੀ ਭਾਲ ਵਿੱਚ ਲੇਖਕ ਡਾਕਟਰ ਦਲਜੀਤ ਸਿੰਘ, ਭਾਗ 22ਵਾਂ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।